बिस्मिल्लाहिर्रहमानिर्रहीम। अस्सलाम वालेकुम दोस्तों, उम्मीद है इंशाल्लाह आप सब ठीक होंगे, खैरियत से होंगे, शौक भी इंशाल्लाह ठीक होगा। अच्छा यार, आजकल का जो मौसम है सावन भादों का, बहुत सारे दोस्त पूछते हैं कि जानी भाई तीतर को कवर कैसे करना चाहिए, ब्रीक कपड़ा लगाना चाहिए, तीतर को कमरे में रखना चाहिए या बाहर लटकाना चाहिए। तो भट्ट साहब से मैंने रिक्वेस्ट किया कि भट्ट साहब आपने इस चीज़ में रहनुमाई करनी है। हमारे जो शौकीन हज़रात है, मेरे सब्सक्राइबर है, तो भट्ट साहब इस मौसम में, बल्कि पंजाबी च भट्ट साहब भट्ट साहब ਜਿਹੜਾ ਅੱਜਕੱਲ ਦਾ ਮੌਸਮ ਹੈ ਸਾਵਨ ਭਾਦੋਂ ਦਾ ਚੱਲ ਰਿਹਾ, ਕੁਝ ਬੰਦੇ ਕਹਿੰਦੇ ਆ ਕਿ ਤਿੱਤਰ ਨੂੰ ਬਿਲਕੁਲ ਤੁਸੀਂ ਬਰੀਕ ਕਪੜਾ ਲਾ ਕੇ ਜਿਹੜਾ ਉਹਨੂੰ ਕਵਰ ਕਰੋ ਜੀ, ਤਿੱਤਰ ਨੂੰ ਹਵਾ ਲੱਗਣੀ ਚਾਹੀਦੀ ਹੈ, ਰਾਤ ਹੋਵੇ ਚਾਹੇ ਦਿਨ ਹੋਵੇ। ਇੱਕ ਤਾਂ ਭट्ट ਸਾਹਿਬ ਇਸ ਚੀਜ਼ ਦੇ ਬਾਰੇ ਦੱਸਣਾ, ਦੂਸਰਾ ਇਹਨੂੰ ਕਿਸ ਤਰ੍ਹਾਂ ਰੱਖਣਾ ਚਾਹੀਦਾ, ਟੇਬਲ ਤੇ ਰੱਖਣਾ ਜਾਂ ਲਟਕਾਉਣਾ ਚਾਹੀਦਾ, ਔਰ ਕੱਪੜਾ ਮੋਟਾ ਲਾਣਾ ਚਾਹੀਦਾ, ਕਿਸ ਤਰ੍ਹਾਂ ਦਾ ਲਾਣਾ ਚਾਹੀਦਾ, ਇਹ ਜ਼ਰਾ ਰਹਿਨਮਾਈ ਕਰੋ ਜੀ ਦੋਸਤਾਂ ਦੀ। ਸਭ ਤੋਂ ਪਹਿਲੀ ਚੀਜ਼ ਤੇ ਇਹ ਹੈ ਕਿ ਦੇਖੋ ਸਾਉਣ ਭਾਦੋਂ ਦਾ ਮੌਸਮ ਜਦੋਂ ਹੁੰਦਾ ਨਾ, ਰਾਤ ਨੂੰ ਇਹਦੇ ਵਿੱਚ ਨਮੀ ਪੈਦਾ ਹੋ ਜਾਂਦੀ ਹੈ, ਬਿਹਤਰ ਜੀ, ਇਹਦੀ ਹਵਾ ਦੇ ਵਿੱਚ ਤਰੇਲ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਜੀ, ਇਸੇ ਤਰ੍ਹਾਂ। ਦੂਸਰੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਅਸੀਂ ਤਿੱਤਰ ਨੂੰ ਆ ਮੌਸਮ ਜਾ ਰਿਹਾ ਹੁੰਦਾ ਹੈ ਨਾ, ਇਹ ਮੌਸਮ ਦੇ ਵਿੱਚ ਤਿੱਤਰ ਗਰਮ ਪਹਿਲਾਂ ਹੀ ਸਾਡੇ ਬਹੁਤ ਕੀਤੇ ਹੁੰਦੇ ਹਾਂਜੀ, ਕਿਉਂਕਿ ਸਾਉਣ ਭਾਦੋਂ ਚ ਕਦੇ ਮੌਸਮ ਗਰਮ ਹੋ ਜਾਂਦਾ, ਕਦੇ ਵਿੱਚ ਉਹਦੇ ਨਮੀ ਆਉਣ ਦੀ ਵਜ੍ਹਾ ਨਾਲ ਠੰਡਾ ਵੀ ਹੋ ਜਾਂਦਾ। ਬਿਹਤਰ ਜੀ, ਇਹ ਚ ਮੋਟਾ ਕਪੜਾ ਲਾ ਕੇ ਰੱਖਣਾ ਚਾਹੀਦਾ, ਇਹ ਚ ਕਦੇ ਵੀ ਪਤਲਾ ਕਪੜਾ ਪਾ ਕੇ ਜਾਂ ਉਹਨੂੰ ਕਦੇ ਨਹੀਂ ਲਾ ਕੇ ਰੱਖਣਾ ਚਾਹੀਦਾ। ਤਾਂ ਪਰ ਸਭ ਇਸੇ ਚੀਜ਼ ਦੇ ਬਾਰੇ ਦੇਖੋ, ਤੁਸੀਂ ਮਾਸ਼ਾਅੱਲਾ ਇੱਕ ਮਚੂਰ ਸ਼ੌਕੀਨ ਹੋ, ਉਸਤਾਦ ਹੋ, ਅਲਹਮਦੁਲਿਲਾ ਤੁਹਾਡੇ ਕਾਫੀ ਜ਼ਿਆਦਾ ਸ਼ਾਗਿਰਦ ਆ ਅਲਹਮਦੁਲਿਲਾ ਪੂਰੇ ਪਾਕਿਸਤਾਨ ਦੇ ਵਿੱਚ, ਅਸੀਂ ਦੇਖੀਆਂ ਇਹ ਚੀਜ਼ਾਂ। ਇੱਕ ਬੰਦਾ, ਤੁਸੀਂ ਹੁਣ ਮਿਸਾਲ ਦੇ ਤੌਰ ਤੇ ਮੈਂ ਜਿਹੜਾ ਟੌਪਿਕ ਛੇੜਿਆ ਨਾ ਜੀ, ਮੈਂ ਕਿਸੇ ਵਜ੍ਹਾ ਤੋਂ ਛੇੜਿਆ ਕਿ ਇੱਕ ਚੀਜ਼ ਤੁਸੀਂ ਦੱਸੀ ਹੈ, ਵਿੱਚ ਕਈ ਐਸੇ ਸਾਡੇ ਮੁਲਕ ਦੇ ਵਿੱਚ ਡਾਕਟਰ ਵੀ ਬੜੇ ਆ, ਇੰਜੀਨੀਅਰ ਵੀ ਬੜੇ ਆ ਜੀ, ਠੀਕ ਹੈ ਜੀ। ਤੁਸੀਂ ਕੋਈ ਕੰਮ ਕਰਨ ਪੈ ਜਾਓਗੇ ਨਾ ਜੀ, ਤੇ 10 ਬੰਦੇ ਤੁਹਾਨੂੰ ਰੋਕਣ ਆ ਜਾਣਗੇ, ਉਹ ਯਾਰ ਆ ਕਰਨ ਲੱਗਾ ਇਸ ਤਰ੍ਹਾਂ ਇਸ ਤਰ੍ਹਾਂ। ਤੇ ਦੋਸਤੋ, ਇਹ ਮਾਸ਼ਾਅੱਲਾ ਇੱਕ ਮੋਤਬਰ ਸ਼ੌਕੀਨ ਹੈ ਜੀ, ਪੁਰਾਣੇ ਸ਼ੌਕੀਨ ਹੈ, ਇਹਨਾਂ ਦੀ ਪੂਰੀ ਗੱਲ ਨੂੰ ਮੇਰੀ ਕੋਸ਼ਿਸ਼ ਹਮੇਸ਼ਾ ਉਹ ਚੀਜ਼ ਦੀ ਰਹੀ ਹੈ ਕਿ ਤੁਹਾਡੇ ਤੱਕ ਉਹ ਚੀਜ਼ ਲੈ ਕੇ ਆਈਏ ਯਾਰ ਜਿਹੜੀ ਪਾਇਦਾਰ ਹੋਵੇ ਔਰ ਫਾਇਦਾ ਦੇਵੇ। ਇਹ ਕਵਰ ਕਰਨ ਵਾਲਾ ਜਿਹੜਾ ਟੌਪਿਕ ਹੈ ਨਾ ਜੀ, ਇਹ ਕਾਫੀ ਦੋਸਤਾਂ ਨੂੰ ਪਰੇਸ਼ਾਨੀ ਹੁੰਦੀ ਹੈ, ਕਈ ਬੰਦੇ ਤਾਂ ਕਵਰ ਹੀ ਨਹੀਂ ਕਰਦੇ ਕਿ ਜੀ ਗਰਮੀ ਬੜੀ ਹੈ। ਭट्ट ਸਾਹਿਬ ਦੀਆਂ ਗੱਲਾਂ ਜਿਹੜੀਆਂ ਤੁਸੀਂ ਪੂਰੇ ਧਿਆਨ ਨਾਲ ਸੁਣੀਆਂ ਔਰ ਇਨਸ਼ਾਅੱਲਾ ਇਹ ਤੇ ਅਮਲ ਕਰੋਗੇ, ਤੁਹਾਡੇ ਤਿੱਤਰ 'ਚ ਇਨਸ਼ਾਅੱਲਾ ਫਾਇਦਾ ਹੋਏਗਾ, ਤੁਹਾਡਾ ਸ਼ੌਕ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਬਿਹਤਰ ਹੋਏਗਾ ਜੀ। ਭट्ट ਸਾਹਿਬ, ਇਹਦੀ ਵਜ੍ਹਾ ਹੈ ਨਾ ਕਿ ਅਸੀਂ ਦੇਖੋ ਕਈਆਂ ਕੋਲ ਜਗ੍ਹਾ ਇੰਨੀ ਨਹੀਂ ਹੁੰਦੀ, ਸ਼ੌਕ ਕਰਦੇ ਆ ਉਹਨਾਂ ਕੋ ਬਾਹਰ ਟੰਗਣ ਨੂੰ, ਜਾਂ ਮਿਸਾਲ ਤੌਰ ਤੇ ਬਾਹਰ ਏਦਾਂ ਬਰਾਮਦਾ ਨਹੀਂ ਬਣਿਆ ਜੀ ਜੀ, ਉਹ ਕਮਰੇ 'ਚ ਰੱਖਦੇ ਆ, ਉਹ ਅਗਰ ਵਿੰਡੋ 'ਚ ਰੱਖਦੇ ਆ ਜਾਂ ਮਿਸਾਲ ਤੌਰ ਤੇ ਦਰਵਾਜ਼ੇ 'ਚ ਰੱਖਦੇ, ਦਰਵਾਜ਼ਾ ਖੋਲ ਕਰਕੇ ਰੱਖਦੇ, ਹਵਾ ਹਾਰੇ ਰੱਖਦੇ ਆ ਨਾ, ਉਹ ਤਾਂ ਮਸਲ ਐਸਾ ਕਪੜਾ ਇਸਤੇਮਾਲ ਕਰ ਸਕਦੇ ਕਿ ਲੇਕਿਨ ਉਹ 'ਚ ਵੀ ਬਾਹਰ ਨਜ਼ਰ ਨਹੀਂ ਆਉਣਾ ਚਾਹੀਦਾ, ਕਿ ਇੰਨਾ ਕੁ ਪਤਲਾ ਹੋਵੇ ਕਿ ਜਿਹੜਾ ਸਹੀ ਹੋਵੇ, ਜਿੱਥੇ ਮਰਜ਼ੀ ਰੱਖ ਲਓ, ਉਹਨੇ ਬੋਲਣਾ ਹੈਗਾ। ਹਾਂਜੀ, ਨਹੀਂ ਬੋਲਣ ਦਾ ਨਹੀਂ, ਉਹ ਕਹਿੰਦੇ ਰੱਖਣੇ ਕਿੱਦਾਂ ਚਾਹੀਦੇ ਆ। ਇਹ ਇੱਕ ਚੀਜ਼ ਜਿਹੜਾ ਤੁਸੀਂ ਮੇਰਾ ਖਿਆਲ ਗੱਲ ਨਹੀਂ ਸਮਝੇ ਕਿ ਤਿੱਤਰ ਨੂੰ ਕਵਰ ਕਿਵੇਂ ਕਰਨਾ, ਵੀ ਜਿੱਦਾਂ ਲਪੇਟ ਕੇ ਉਹਦੀ ਬੱਚਤ ਕਿੱਦਾਂ ਹੋਣੀ। ਕੁਝ ਬੰਦੇ ਜਿਹੜੇ ਆ ਕਹਿੰਦੇ ਕਿ ਗਰਮੀ ਹੈ ਕਾਫੀ ਜੀ। ਜੀ ਭट्ट ਸਾਹਿਬ, ਹਾਂਜੀ, ਉਹਦੇ ਵਿੱਚ ਇਹ ਨਾ ਚੀਜ਼ਾਂ ਕਿ ਜਿੰਨਾ ਅਸੀਂ ਲਪੇਟਾਂਗੇ ਉਹ ਸਾਡੀ ਹਿਫਾਜ਼ਤ ਆ, ਅਗਰ ਅਸੀਂ ਉਹਦੀ ਮਸਲਾ ਹਿਫਾਜ਼ਤ ਨਹੀਂ ਕਰਦੇ ਆਪਣੀ ਚੀਜ਼ ਦੀ, तो कुत्ता बिल्ली है किते भी लंघ सकता, चूहा भी लंघ जाए, तितर तो भी फट जाता है। फिर भट्ट साहब एक चीज जिहड़ी साडे तजर्बे चों भी गुजरी है कि अगर असी बरीक और पतले बुग दे नाल ओनू कवर करांगे, हाँ जी, रात दे वक्त कोई भी आदमी गुजरिया, कोई बिल्ली गुजरी, कोई चीज गुजरी, जदों साया तितर नूं अंदर नजर आंदा जी, तितर अक्सर फड़क जांदा, फड़कदा ना जी, फड़कदा तो अपने साए ते भी फड़क जांदा। हाँ जी बिल्कुल। इस हवाले नाल जिहड़ा कि तितर नूं तुसीं अच्छी तरह कवर भी करना, ठीक है जी, ਉਹਨੂੰ ਮਾਸ਼ਾਅੱਲਾ ਮੋਟਾ ਕਪੜਾ ਲਾਓ, ਉਹ ਮੋਟਾ ਕਪੜਾ ਤੁਸੀਂ ਇਸ ਤਰ੍ਹਾਂ ਦਾ ਲਾਓ, ਉਹਦੇ ਵਿੱਚ ਤੁਸੀਂ ਖੱਦਰ ਲੈ ਲਓ, ਖੱਦਰ ਦਾ ਕਪੜਾ ਜਿਹੜਾ ਉਹ ਤਲਖ ਨਹੀਂ ਹੁੰਦਾ, ਗਰਮ ਨਹੀਂ ਹੁੰਦਾ, ਗਰਮ ਵੀ ਹੁੰਦਾ, ਉਹ ਚ ਹਵਾ ਵੀ ਜਾਂਦੀ ਹੈ, ਉਹਦੇ ਵਿੱਚ ਹਵਾ ਵੀ ਜਾਂਦੀ ਹੈ। ਉਹ ਤੋਂ ਇਲਾਵਾ ਮੋਟਰੀਅਲ ਮਿਲ ਜਾਂਦੇ ਆ ਦੂਜੇ ਆਪਣੇ ਕੀ ਇਹਨਾਂ ਕਹਿੰਦੇ ਲੱਠੇ ਦੇ ਵਿੱਚ, ਕਾਟਨ ਦੇ ਵਿੱਚ ਆ ਜਾਂਦਾ ਉਹ, ਲੇਕਿਨ ਬਿਹਤਰੀਨ ਬੁੱਗ ਜਿਹੜੇ ਆ ਨਾ ਲਪੇਟੇ ਲਾਣੇ ਆ, ਤੇ ਭਾਵੇਂ ਸਿੰਗਲ ਲਪੇਟਾ ਲਾਓ, ਲੇਕਿਨ ਲਾਓ ਇਸ ਤਰੀਕੇ ਦਾ ਕਿ ਜਿਹਦੇ ਵਿੱਚ ਉਹਨੂੰ ਘਬਰਾਹਟ ਵੀ ਮਹਿਸੂਸ ਨਾ ਹੋਵੇ ਤੇ ਹਵਾ ਵੀ ਲੱਗੇ। ਲੇਕਿਨ ਇਹ ਚੀਜ਼ ਆ ਕਿ ਉਹਦੀ ਜਗ੍ਹਾ ਰੱਖਣ ਦਾ ਬੰਦੇ ਨੂੰ ਇੰਨਾ ਅਹਿਸਾਸ ਹੋਣਾ ਚਾਹੀਦਾ ਕਿ ਮੈਂ ਜਿੱਥੇ ਰੱਖ ਕੇ ਚੱਲਾਂ ਹਵਾ ਕਰਾਸ ਹੋ ਰਹੀ ਹੈ, ਇਹਦੇ ਵਿੱਚ ਹਵਾ ਕਮਰੇ 'ਚ ਆ ਰਹੀ ਹੈ, ਅਗਰ ਉਸ ਕਮਰੇ 'ਚ ਉਹਨੂੰ ਹਵਾ ਆ ਰਹੀ ਹੈ ਤੇ ਉਹਨੂੰ ਕਿਤੇ ਵੀ ਕੋਈ ਡਰ ਨਹੀਂ। ਅਗਰ ਅੱਜ-ਕੱਲ ਦੇ ਮੌਸਮ ਬਿਲਕੁਲ ਇਹ ਵੀ ਅੱਛਾ ਜੀ, ਅੱਜ-ਕੱਲ ਦੇ ਮੌਸਮ 'ਚ ਜਿਹੜਾ ਮੱਟੀ ਕਿਸ ਤਰ੍ਹਾਂ ਦੇਣੀ ਚਾਹੀਦੀ ਜੀ? ਸਭ ਤੋਂ ਪਹਿਲੀ ਚੀਜ਼ ਤੇ ਹੈਗੀ ਆ ਕਿ ਸਾਡੇ ਉਸਤਾਦ ਜਿਹੜੇ ਹੈ ਨਾ,
ਜੀ ਜਿੱਦਾਂ ਕਿ ਅੱਜ ਕੱਲ ਦੇ ਉਸਤਾਦ ਆ ਜਾਂ ਮਸਲ ਉਸਤਾਦ ਹੈਗੇ ਜੀ ਉਹ ਮਿੱਟੀ ਨੂੰ ਇੰਨੀ ਕੁ ਅਹਿਮੀਅਤ ਦੇ ਦਿੰਦੇ ਆ ਕਿ ਉਹ ਇਹ ਨਹੀਂ ਵੇਖਦੇ ਕਿ ਤਿੱਤਰ ਅੱਗੇ ਠੰਡਾ ਕਿ ਉਹਨੂੰ ਅਸੀਂ ਮਿੱਟੀ ਜਿਹੜੀ ਦੇਣੀ ਆ ਉਹਦੀ ਪਹਿਲਾਂ ਤਸਵੀਰ ਨੂੰ ਦੇਖੀਏ ਵੀ ਇਹ ਤਿੱਤਰ ਕਿੰਨਾ ਕੁ ਠੰਡਾ। ਜੀ ਜੀ ਕਈਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਤਿੱਤਰ ਪਤਾ ਕਿੱਥੋਂ ਲੱਗੂਗਾ ਵੀ ਇਹ ਤਿੱਤਰ ਠੰਡਾ। ਬਿਹਤਰ ਜੀ। ਜਿਹੜੇ ਤਿੱਤਰ ਗਰਮ ਹੁੰਦੇ ਉਹਨਾਂ ਦੀਆਂ ਲੱਤਾਂ ਚਮਕਦੀਆਂ ਹੁੰਦੀਆਂ, ਉਹਨਾਂ ਦਾ ਫੌਰੀ ਪਤਾ ਲੱਗ ਜਾਂਦਾ, ਕਹਿੰਦੇ ਜੀ ਇਹ ਖੁਰਾਕ ਨਾਲ ਚਮਕਦੀ ਪਈ ਹੈ, ਲੇਕਿਨ ਉਹ ਖੁਰਾਕ ਨਾਲ ਨਹੀਂ ਚਮਕਦਾ, ਉਹ ਤਿੱਤਰ ਅੰਦਰੋਂ ਫੁੱਲ ਗਰਮ ਹੁੰਦਾ, ਉਹਦੀ ਨੋਕ ਔਰ ਉਹਦੀਆਂ ਲੱਤਾਂ ਜਿਹੜੀਆਂ ਹੁੰਦੀਆਂ ਨਾ ਉਹ ਏਦਾਂ ਚਮਕਦੀਆਂ ਹੁੰਦੀਆਂ, ਸੁਰਖ ਹੋ ਜਾਂਦੀਆਂ, ਜਿਵੇਂ ਇੱਕ ਬੰਦੇ ਨੂੰ ਬਲੱਡ ਹਾਈ ਹੁੰਦਾ ਉਹਦਾ ਚਿਹਰਾ ਲਾਲ ਹੋ ਜਾਂਦਾ ਹੈ ਨਾ, ਏਦਾਂ ਹੀ ਇਹਨਾਂ ਦੀਆਂ ਇਹ ਚੀਜ਼ਾਂ ਸ਼ਨਾਖਤ ਦੀਆਂ ਵਾ। ਲਿਹਾਜ਼ਾ ਮਿੱਟੀ ਜਿਹੜੀ ਹੈਗੀ ਆ ਤਿੱਤਰ ਨੂੰ, ਅਗਰ ਤੁਹਾਨੂੰ ਪਤਾ ਕਿ ਮੈਂ ਇਹਨੂੰ ਸਬਜ਼ਾ ਪਾਇਆ, ਉਹਨੂੰ ਮਿੱਟੀ ਨਾ ਲਾਓ। ਅੱਜ ਕੱਲ ਦੇ ਮੌਸਮ ਨਹੀਂ ਲਾਉਣੀ ਮਿੱਟੀ ਉਹਨੂੰ, ਅਗਰ ਸਬਜ਼ਾ ਪਾਤਾ ਤਾਂ ਮਿੱਟੀ ਨਹੀਂ ਲਾਣੀ। ਮਿੱਟੀ ਲਾਉਣ ਤੋਂ ਬਾਅਦ ਅਗਰ ਤੁਸੀਂ ਮੈਚ ਦੀ ਤਿਆਰੀ ਕਰਦੇ ਪਏ ਨਾ ਤੇ ਫਿਰ ਸਬਜ਼ਾ ਪਾ ਦਿਓ, ਫਿਰ ਉਹਨੂੰ ਥੋੜਾ ਸਬਜ਼ਾ ਪਾਓ ਕਿਉਂਕਿ ਤੁਸੀਂ ਗਰਮ ਕਰਨਾ। ਅਗਰ ਉਹਨੂੰ ਬਾਰ-ਬਾਰ ਮਿੱਟੀਆਂ ਲਾ ਕੇ ਥੱਲੇ ਸੁੱਟ ਲੈਣਾ, ਮੁੜ ਕੇ ਉਹਨੂੰ ਕੋਈ ਚੀਜ਼ ਕਰਨੀ। ਹਾਂਜੀ, ਸਬਜ਼ੇ ਦੇ ਵਿੱਚ ਜਿਹੜਾ ਕੀ ਹੋਣਾ ਚਾਹੀਦਾ? ਸਬਜ਼ੇ ਦੇ ਵਿੱਚ ਜ਼ਿਆਦਾਤਰ ਤੋਰੀ, ਘੀਆ ਤੋਰੀ ਜਿਹਨੂੰ ਆਪਾਂ ਕਹਿੰਦੇ ਇਸਤੇਮਾਲ ਕਰਦੇ ਹਾਂ, ਉਹਦਾ ਛਿਲਕਾ ਲਾ ਕੇ ਅੰਦਰੋਂ ਨਰਮ ਕਰਕੇ, ਉਹ ਵੀ 1 ਇੰਚ ਦੇ ਟੋਟੇ ਬਰਾਬਰ। ਜਿਹੜੀ ਤੋਰੀ ਹੈ 1 ਇੰਚ ਦਾ ਟੋਟਾ, ਇਹ ਨਹੀਂ ਕਿ ਮਿਸਾਲ ਤੌਰ ਤੇ ਉਹਦੀ ਪੂਰੀ ਕੋਲੀ ਭਰ ਦਿਓ, ਵੀ ਤੋਰੀ ਨਾਲ ਹੀ ਕੋਲੀ ਭਰਤੀ, ਬਿਹਤਰ ਜੀ। ਮੁੜ ਕੇ ਤਿੱਤਰ ਚੁੰਡਾ ਚੱਕੀ ਖਲੋਤਾ ਹੋਵੇ ਜਾਂ ਮਿਸਾਲ ਤੌਰ ਤੇ ਕੋਈ ਹੋਰ ਭੈੜ ਕੀਤੀ ਖਲੋਤਾ ਪਿਆ ਹੋਵੇ, ਫਿਰ ਕਹਿਣਾ ਜੀ ਤੋਰੀ ਦੱਸੀ ਸੀ। ਅੱਛਾ, ਕੁਝ ਦੋਸਤ ਭਾਈ ਜਿਹੜੇ ਉਸਤਾਦੇ ਮੁਹਤਰਮ ਆ ਉਹ ਕਹਿੰਦੇ ਕਿ ਕੱਦੂ ਜ਼ਿਆਦਾ ਇਸਤੇਮਾਲ ਕਰੋ। ਕੱਦੂ ਵੀ ਠੀਕ ਹੈ ਜੀ? ਕੱਦੂ ਵੀ ਠੀਕ ਹੈ ਮੁਤਅੱਦਲ ਤੋਰੀ ਦਾ, ਲੇਕਿਨ ਤੋਰੀ ਦੇ ਵਿੱਚ ਜ਼ਿਆਦੀ ਚਿਕਨਾਹਟ ਹੁੰਦੀ ਆ ਜੀ, ਉਹ ਤਾਕਤ ਪੂਰੀ ਰੱਖਦੀ, ਮਿਹਦੇ ਦੀ ਗਰਮੈਸ਼ ਨੂੰ ਕੱਢਦੀ ਹੈ, ਉਹਦੇ ਵਿੱਚ ਖੁਸ਼ਕੀ ਨਹੀਂ ਰਹਿਣ ਦਿੰਦੀ। ਤਿੱਤਰ ਦੇ ਅੰਦਰ ਅਗਰ ਖੁਸ਼ਕੀ ਹੋਏਗੀ, ਤੁਹਾਡਾ ਤਿੱਤਰ ਖੁਸ਼ਕ ਹੋ ਕੇ ਬਿੱਠਾ ਮਾਰੇਗਾ। ਬਿਲਕੁਲ ਡਾਕਟਰ ਸਾਹਿਬ, ਇਸ ਚੀਜ਼ ਨਾਲ ਮੈਂ ਤੁਹਾਡੇ ਇਤਫਾਕ ਕਰਦਾ। ਮਾਸ਼ਾਅੱਲਾ ਤੋਰੀ ਜਿਹੜੀ ਹੈ ਨਾ ਜੀ, ਉਹਦੇ ਵਿੱਚ ਠੰਡਾ ਹੁੰਦਾ ਜੀ, ਠੰਡਾਈ ਹੁੰਦੀ ਹੈ, ਖੁਸ਼ਕੀ ਨਹੀਂ ਹੁੰਦੀ। ਖੁਸ਼ਕੀ ਨਹੀਂ ਹੁੰਦੀ ਦੋਸਤੋ। ਤੋਰੀ ਜਿਹੜੀ ਆ ਉਹ ਤੁਸੀਂ 1 ਇੰਚ ਦਾ ਜਿਹੜਾ ਟੁਕੜਾ ਉਹ ਇਸਤੇਮਾਲ ਕਰਨਾ, ਉਹਦੇ ਵਿੱਚ ਸਮਝ ਲਓ ਕਿ ਘਿਓ ਆ, ਠੀਕ ਹੈ ਜੀ। ਉਹਦੇ ਪੱਠੇ, ਉਹਦੀਆਂ ਨਾੜਾਂ ਜਿਹੜੀਆਂ ਉਹਦੇ ਜਿਸਮ ਨੂੰ ਇਨਸ਼ਾਅੱਲਾ ਤਾਰ ਰੱਖੇਗਾ। ਇਹ ਚੀਜ਼ਾਂ ਹੁੰਦੀਆਂ। ਦੇਖੋ, ਉਸਤਾਦਾਂ ਨਾਲ ਮਸ਼ਵਰਾ ਕਰਨ ਦਾ ਜਾਂ ਉਸਤਾਦਾਂ ਨਾਲ ਮਿਲਣ ਦਾ ਮਕਸਦ ਇਹ ਹੁੰਦਾ ਕਿ ਤੁਸੀਂ ਜਿਹੜੀ ਚੀਜ਼ ਇਸਤੇਮਾਲ ਕਰਵਾ ਰਹੇ ਉਹਦਾ ਤੁਹਾਨੂੰ ਮਕਸਦ ਮਿਲ ਜਾਂਦਾ ਹੈ। ਉਹ ਠੰਡੀ ਹੈ, ਉਹ ਤਸੀਰ ਉਹਦੀ ਗਰਮ ਹੈ। ਅਸੀਂ ਕੀ ਕਰਦੇ ਹਾਂ ਕਿ ਅਸੀਂ ਇੱਕ ਚੀਜ਼ ਇਧਰੋਂ ਪੁੱਛਦੇ ਹਾਂ, ਦੂਸਰੀ ਚੀਜ਼ ਉਧਰੋਂ ਪੁੱਛਦੇ ਹਾਂ, ਉਹ ਵੀ ਦੇਤੀ, ਸਾਨੂੰ ਪਤਾ ਹੀ ਨਹੀਂ ਕਿ ਇਹਦੀ ਤਸੀਰ ਠੰਡੀ ਹੈ ਗਰਮ ਹੈ ਕੀ ਹੈ। ਤਿੱਤਰ ਸਾਡੇ ਫਿਰ ਖਰਾਬ ਹੁੰਦੇ ਆ, ਫਿਰ ਸਾਡਾ ਸ਼ੌਕ ਕੀ ਹੋਏਗਾ। ਨਾਲੇ ਭਾਈ ਸਭ ਤੋਂ ਮੇਨ ਪੁਆਇੰਟ ਇਹ ਹੈ ਕਿ ਪਾਣੀਆਂ ਨਾਲ ਠੰਡੇ ਕਰਨੇ ਬਹੁਤੇ ਨੁਕਸਾਨਦੇ ਆ, ਕਿਉਂਕਿ ਜਦੋਂ ਤੁਸੀਂ ਪਾਣੀਆਂ ਨਾਲ ਠੰਡੇ ਕਰਦੇ ਆ ਨਾ ਇਹਨਾਂ ਜਾਨਵਰਾਂ ਨੂੰ, ਉਹ ਜੋੜਾਂ 'ਚ ਜਾਂਦਾ, ਉਹ ਇਹਨਾਂ ਦੇ ਗਿੱਟੇ ਗੋਡੇ ਪਰਾਂ ਦੇ ਵਿੱਚ ਜੋੜਾਂ 'ਚ ਜਾਂਦਾ ਪਾਣੀ, ਫਿਰ ਉਹਨੂੰ ਗਰਮ ਕਰਨਾ, ਫਿਰ ਉਹਨੂੰ ਗਰਮ ਫਿਰ ਕੁਸ਼ਤੀਆਂ ਨਾਲ ਕਰਨਾ ਪੈਂਦਾ। ਉਹਦੇ ਜ਼ਾਹਰ ਆ ਕਿ ਅਗਰ ਜੋੜਾਂ ਦੇ ਵਿੱਚ ਹੀ ਦਰਦ ਆ ਗਿਆ ਤਾਂ ਉਹਨੇ ਕੀ ਭਲਾਈ ਕਰਨੀ, ਉਹਨੇ ਕੀ ਮਸਤੀ ਕਰਨੀ। ਅੱਛਾ ਬਟ ਸਾਹਿਬ, ਇੱਕ ਚੀਜ਼ ਹੋਰ, ਲਾਸਟ ਸਵਾਲ ਆ ਜੀ। ਇੱਕ ਚੀਜ਼ ਹੋਰ ਹੈ ਕਿ ਕੁਝ ਉਸਤਾਦ ਕਹਿੰਦੇ ਕਿ ਖੀਰਾ ਬਹੁਤ ਇਸਤੇਮਾਲ ਕਰਾਉਣਾ ਚਾਹੀਦਾ ਜੀ। ਖੀਰਾ ਆਇਆ ਕਿ ਠੀਕ ਹੈ ਜੀ? ਖੀਰਾ ਕਿਸੇ ਹੱਦ ਤੱਕ ਠੀਕ ਆ ਜੀ, ਕਿਸੇ ਹੱਦ ਤੱਕ ਕੋਈ ਚੀਜ਼ ਨਹੀਂ ਮਿਲਦੀ ਨਾ ਤੇ ਤੁਸੀਂ ਖੀਰੇ ਦੇ ਬੀਜ ਕੱਢ ਕੇ ਪਾ ਦਿਓ ਜੀ। ਲੇਕਿਨ ਖੀਰਾ ਸਬਜ਼ੀ ਦੇ ਵਿੱਚ ਪਾਉਂਦੇ ਆ ਲੋਕੀ, ਚੱਲਦਾ ਨਾ ਹੋਵੇ ਤੇ ਤੁਹਾਨੂੰ ਖੀਰਾ ਪਾ ਦਿਓ। ਲੇਕਿਨ ਖੀਰਾ ਇਹ ਪਤਾ ਨਹੀਂ ਕਿਸੇ ਦੇ ਨੌਲੇਜ ਚ ਹੈ ਜਾਂ ਨਹੀਂ, ਜਾਂ ਮੈਂ ਹੀ ਗਲਤ ਆ ਜਾਂ ਸਹੀ ਆ, ਲੇਕਿਨ ਖੀਰਾ ਆਵਾਜ਼ ਦੇ ਉੱਤੇ ਅਸਰ ਅੰਦਾਜ਼ ਹੁੰਦਾ ਜੀ। ਖੀਰਾ ਆਵਾਜ਼ ਨੂੰ ਜਿਹੜਾ ਹੈ ਨਾ, ਕੁਝ ਦੋਸਤ ਉਸਤਾਦ ਕਹਿੰਦੇ ਕਿ ਖੀਰਾ ਜਿਹੜਾ ਰੇਸ਼ਾ ਬਣਾਉਂਦਾ ਆਵਾਜ਼ ਨੂੰ ਖਤਮ ਕਰ। ਤੁਹਾਡਾ ਕਹਿਣ ਦਾ ਮਕਸਦ ਇਹ ਹੈ ਕਿ ਖੀਰਾ ਜਿਹੜਾ ਆ ਵਾਕਿਆ ਹੀ ਰੇਸ਼ਾ ਬਣਾਉਂਦਾ। ਠੀਕ ਹੈ ਦੋਸਤੋ, ਇਹ ਚੀਜ਼ਾਂ ਹੁੰਦੀਆਂ ਸਿਰਫ ਮੇਨ ਸਮਝਣ ਵਾਲੀਆਂ, ਔਰ ਇਹ ਚੀਜ਼ਾਂ ਜਿਹੜੀਆਂ ਤੁਸੀਂ ਕੋਈ ਵੀ ਚੀਜ਼ ਦੇਣੀ ਕਰਨੀ ਹੈ ਉਹ ਚੀਜ਼ ਜਿਹੜੀ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਪਰਿੰਦੇ ਨੂੰ ਇਹ ਚੀਜ਼ ਇਸਤੇਮਾਲ ਕਰਵਾਉਣੀ, ਉਹਦਾ ਕੀ ਫਾਇਦਾ ਕੀ ਨੁਕਸਾਨ ਹੈ। ਉਮੀਦ ਹੈ ਇਨਸ਼ਾਅੱਲਾ ਇਹ ਦੋਸਤਾਂ ਦੇ ਸ਼ੌਕ ਲਈ ਵੀਡੀਓ ਇਨਸ਼ਾਅੱਲਾ ਉਹਨਾਂ ਨੂੰ ਫਾਇਦਾ ਦੇਵੇਗੀ। ਕਮੈਂਟਸ ਲਾਜ਼ਮੀ ਕਰਨਾ, ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ, ਜ਼ਿਆਦਾ ਤੋਂ ਜ਼ਿਆਦਾ ਇਹਨੂੰ ਲਾਈਕ ਵੀ ਕਰਨਾ। ਲਾਈਕ ਤੁਹਾਡਾ ਜਿਹੜਾ ਸਾਡਾ ਉਹੀ ਹੌਸਲਾ ਵਧਾਉਂਦਾ। ਠੀਕ ਹੈ ਜੀ। ਬਟ ਸਾਹਿਬ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ ਤੁਹਾਡੀ, ਆਏ ਸਾਨੂੰ ਮੁਹੱਬਤ ਨਾਲ।